Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਪਪਲਪ੍ਰੀਤ ਸਿੰਘ ਤੁਹਾਡੇ ਨਾਲ ਨਵੀਂ ਦਿੱਲੀ ਤੋਂ ਜੁੜ ਚੁੱਕਾ ਹਾਂ। ਇਸ ਟਾਈਮ ਮੇਰੇ ਨਾਲ ਅਫਗਾਨਿਸਤਾਨ ਤੋਂ ਇੱਕ ਮੁਸਲਮਾਨ ਬੀਬੀ ਜਿਹਦਾ ਨਾਮ ਮੁਸਕਾਨ ਆ, ਉਹ ਜੁੜੇ ਹੋਏ ਆ। ਮੈਂ ਉਹਨਾਂ ਦੀ ਬੋਲੀ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਫਤਿਹ ਬੁਲਾਵਾਂ। ਅਸਲਾਮ ਅਲੈਕੁਮ। वालेकुम सलाम। ਇਹਨਾਂ ਬਾਰੇ ਦੱਸ ਦਿਆਂ ਕਿ ਇਹ ਪਿਛਲੇ 3 ਸਾਲਾਂ ਤੋਂ, ਜਿਵੇਂ ਕਿ ਮੇਰੀ ਇਸ ਗੱਲਬਾਤ ਤੋਂ ਪਹਿਲਾਂ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਕਿ ਪਿਛਲੇ 3 ਸਾਲਾਂ ਤੋਂ ਇਹ ਭਾਰਤ ਵਿੱਚ ਰਹਿ ਰਿਹਾ। ਹਰਿਆਣੇ ਦੇ ਵਿੱਚ ਸਕਾਲਰਸ਼ਿਪ ਦੇ ਲਈ ਆਏ ਹੋਏ ਸਨ। MCA ਦੀ ਪੜ੍ਹਾਈ ਜਿਹੜੀ ਆ ਇਹ ਇੱਥੇ ਕਰ ਰਹੇ ਆ। ਅਤੇ ਇਹਨਾਂ ਨੂੰ ਜੋ ਤਕਲੀਫਾਂ ਆਈਆਂ ਜਾਂ ਇਹ ਮਾਪਿਆਂ ਤੋਂ ਕਿਉਂ ਦੂਰ ਆਏ ਅਤੇ ਇੱਕ ਰਿਫਿਊਜੀ ਦਾ ਰਹਿਣਾ ਕੀ ਹੁੰਦਾ, ਉਹ ਸਾਰੀਆਂ ਗੱਲਾਂ ਬਾਤਾਂ ਇੱਕ ਭਾਈਬੰਦੀ ਤੌਰ 'ਤੇ ਅਸੀਂ ਇਹਨਾਂ ਨਾਲ ਕਰਨ ਜਾ ਰਹੇ ਹਾਂ। ਸੋ ਮੈਂ ਇਹਨਾਂ ਨੂੰ ਜਿਹੜੀ ਬੋਲੀ ਆ ਨਾ, ਪੰਜਾਬੀ ਸਮਝ ਨਹੀਂ ਆਉਂਦੀ ਅਤੇ ਕੁਛ ਹਿੰਦੀ ਵਰਗੇ ਲਫ਼ਜ਼ ਜਿਹੜੇ ਆ ਉਹ ਇਹਨਾਂ ਨੂੰ ਸਮਝ ਆ ਜਾਂਦੇ ਆ। ਅਤੇ ਉਂਝ ਤਾਂ ਇਹਨਾਂ ਦੀ ਪਕੜ ਹੋਰਾਂ ਬੋਲੀਆਂ 'ਤੇ ਹੈ, ਪਰ ਮੈਂ ਟਰਾਈ ਕਰਦਾ ਕਿ ਇਹਨਾਂ ਦੀ ਬੋਲੀ ਦੇ ਵਿੱਚ ਕੁਝ ਸਵਾਲ ਪੁੱਛਾਂ। ਜੀ ਕੈਸੇ हैं? आई एम फाइन, थैंक यू। आपको यहाँ पे दिल्ली में या हरियाणा में क्यों आना पड़ा अफ़गानिस्तान से? क्योंकि आई हैव सिक्योरिटी इशू इन देयर। माय अंकल not allowed me to study or go outside of country for some traveling. So this is my big Basic reason. basic reason or my big issue that I came here in India. यहाँ पे आप जब रह रहे हैं, आपको यहाँ पे क्या क्या परेशानियाँ आ रही हैं? फर्स्ट तो मेरा फाइनेंशियल प्रॉब्लम है। सेकंड मेरा रिफ्यूजी स्टेटस है। और थर्ड आई एम अलोन हियर एंड आई नीड अ जॉब आल्सो। दिस इज़ माई प्रॉब्लम्स हियर। ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਇੱਕ ਤਾਂ ਆਰਥਿਕ ਤੰਗੀਆਂ ਆ ਰਹੀਆਂ ਅਤੇ ਦੂਸਰਾ ਜਿਹੜਾ ਰਿਫਿਊਜੀ ਸਟੇਟਸ ਦੇ ਉੱਤੇ ਇਹਨਾਂ ਨੇ ਅਪਲਾਈ ਕੀਤਾ ਹੋਇਆ, ਅਤੇ ਉਹ ਵੀ ਗੱਲਾਂ ਬਾਤਾਂ ਆਪਾਂ ਅੱਗੇ ਜਾ ਕੇ ਕਰਨੀਆਂ। ਮੈਂ ਦਿੱਲੀ ਦੇ ਵਿੱਚ ਜਿਹੜੇ ਅਫਗਾਨੀ ਸਿੱਖ ਉਜੜ ਕੇ ਆਏ ਹੋਏ ਆ ਉਹਨਾਂ ਦੇ ਬਾਰੇ ਗੱਲ ਕਰਨ ਲਈ ਆਇਆ ਸਾਂ, ਅਤੇ ਸਬੱਬੀ ਤੌਰ 'ਤੇ ਇਹ ਭੈਣ ਜੀ ਮੈਨੂੰ ਮਿਲ ਗਏ ਆ। ਅਤੇ ਇੱਕ ਸਿੱਖ ਵਜੋਂ ਸਾਡਾ ਫਰਜ਼ ਆ ਕਿ ਜਿੱਥੇ ਅਸੀਂ ਆਪਣੀ ਕੌਮ ਦੀ ਗੱਲ ਕਰ ਰਹੇ ਹਾਂ ਅਤੇ ਉਸ ਦੇ ਨਾਲ ਜੇ ਕੋਈ ਹੋਰ ਪੀੜਤ ਬੰਦਾ ਜਾਂ ਬੀਬੀ ਸਾਨੂੰ ਮਿਲੇ ਤਾਂ ਆਪਾਂ ਉਹਦੀ ਗੱਲ ਵੀ ਜ਼ਰੂਰ ਤੁਹਾਡੇ ਤੱਕ ਰੱਖੀਏ। ਇਹ ਸਾਡਾ ਮੁੱਢਲਾ ਫਰਜ਼ ਆ। आपने क्या रिफ्यूजी स्टेट्स के लिए कोई अप्लाई किया हुआ है? Yes, I applied by myself to UNHCR. I only passed first interview first instance. And after that, I received a letter that during 1 year, we will let you know the result of this interview. ਮੈਂ ਦੱਸ ਦਿਆਂ ਕਿ ਇਹਨਾਂ ਬੀਬੀ ਜੀ ਹੁਣਾਂ ਨੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਫਾਰ ਰਿਫਿਊਜੀ ਦੇ ਵਿੱਚ ਰਿਫਿਊਜੀਆਂ ਲਈ ਜਿਹੜਾ ਇੱਕ ਹਾਈ ਕਮਿਸ਼ਨ ਬਣਿਆ ਹੋਇਆ ਯੂਨਾਈਟਿਡ ਨੇਸ਼ਨਸ ਦਾ, ਉਹਦੇ ਵਿੱਚ ਅਪਲਾਈ ਕੀਤਾ ਹੋਇਆ। ਇਹਨਾਂ ਦਾ ਨਾਮ ਜਿਹੜਾ ਰਜਿਸਟਰਡ ਹੋਇਆ ਵਾ ਕਿ ਇਹਨਾਂ ਨੂੰ ਰਿਫਿਊਜੀ ਸਟੇਟਸ ਜਿਹੜਾ ਸ਼ਾਇਦ ਆਸ ਕਰਦੇ ਮਿਲ ਜੇ। 6 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਦਾ ਪ੍ਰੋਸੀਜਰ ਆ ਕਿ ਉਹ ਜਿਹੜਾ ਨਾਮ ਦਰਜ ਹੋਣ ਜਾਣ ਤੋਂ ਬਾਅਦ ਅੱਗੇ ਗੱਲ ਤੁਰਦੀ ਆ। ਇਹਨਾਂ ਦਾ ਇੰਟਰਵਿਊ UNHCR ਵੱਲੋਂ ਲਿਆ ਗਿਆ ਅਤੇ ਹੋਰ ਜਿਹੜੀਆਂ ਪਰੇਸ਼ਾਨੀਆਂ ਇੱਕ ਪਰਦੇਸੀ ਨੂੰ ਹੁੰਦੀਆਂ, ਆਪਾਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਇਹਨਾਂ ਦੇ ਮਾਪੇ ਜਿਹੜੇ ਨੇ ਇਹ ਉੱਥੇ ਆ ਅਤੇ ਪਰ ਇਹ ਦਿੱਲੀ 'ਚ ਰਹਿ ਰਹੇ ਆ ਅਤੇ ਪਿਛਲੇ 3 ਸਾਲਾਂ ਤੋਂ ਰਹਿ ਰਹੇ ਆ। ਅਤੇ ਇੱਕ ਜਾਣਨਾ ਬੜਾ ਜ਼ਰੂਰੀ ਹੋ ਜਾਂਦਾ ਕਿ ਜਿਵੇਂ ਕਿ ਇੱਕ ਬੇਗਾਨੇ ਸ਼ਹਿਰ 'ਚ ਜਿੱਥੇ ਤੁਹਾਡੇ ਮਾਪੇ ਨਹੀਂ, ਜਿੱਥੇ ਤੁਹਾਡਾ ਕੋਈ ਵੀ ਨਹੀਂ ਗਾ, ਉੱਥੇ ਪੁੱਛਦੇ ਹਾਂ ਕਿ ਉਹਨਾਂ ਦੀ ਕਿਸੇ ਨੇ ਕੋਈ ਮਦਦ ਕੀਤੀ ਆ। ਆਪ ਜਬ यहाँ पे आए तो आपको परेशानी जो है वो लगातार चल रही हैं। यहाँ पे दिल्ली में या हरियाणा में आपकी किसी ने कोई मदद की है क्या? Yes, there is a United means के persons that the name is United Sikhs. They helped me with some materials, home materials, and also they drop me from my college to Delhi. ਠੀਕ ਹੈ। ਸੋ ਬੀਬੀ ਹੁਣਾਂ ਨੇ ਇਹ ਦੱਸਿਆ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਮਦਦ ਜਿਹੜੀ ਆ ਯੂਨਾਈਟਿਡ ਸਿੱਖਸ ਨਾਂ ਦੀ ਜਥੇਬੰਦੀ ਨੇ ਕੀਤੀ, ਅਤੇ ਉਹਨਾਂ ਨੂੰ ਜਿਹੜੀਆਂ ਘਰੇਲੂ ਵਸਤਾਂ ਦੀ ਜੇ ਲੋੜ ਹੋਵੇ ਤਾਂ ਉਹਨਾਂ ਦੀ ਵੀ ਪੂਰਤੀ ਕਰ ਦਿੱਤੀ ਜਾਂਦੀ ਆ। ਸੋ ਇਸ ਤੋਂ ਅੱਗੇ ਹੋਰ ਵੀ ਸਵਾਲਾਂ ਨੂੰ ਮੈਂ ਦੁਹਰਾਉਂਦਾ ਵਾਂ। ਮੈਂ ਇਸ ਕਰਕੇ ਨਾਲ ਦੀ ਨਾਲ ਜਿੰਨੇ ਕੁ ਜੋਗਾ ਤਰਜਮਾ ਕਰੀ ਜਾ ਰਿਹਾ, ਗੁਜ਼ਾਰੀ ਜੋਗਾ ਤਰਜਮਾ, ਕਿਉਂਕਿ ਕਈ ਵਾਰੀ ਬੰਦਿਆਂ ਨੂੰ ਬੋਲੀ ਦਾ ਮਸਲਾ ਹੋ ਜਾਂਦਾ, ਜਿਵੇਂ ਕਿ ਮੇਰੀ ਗੱਲ ਸਿੱਧੇ ਤੌਰ 'ਤੇ ਉਹਨਾਂ ਨੂੰ ਸਮਝ ਨਹੀਂ ਸੀ ਆਉਣੀ। ਹੋ ਸਕਦਾ ਕਿ ਜੋ ਬੀਬੀ ਹੁਣੀ ਦੱਸ ਰਹੇ ਆ ਅਤੇ ਉਹ ਵੀ ਸਾਰਿਆਂ ਤੱਕ ਨਾ ਪਤਾ ਲੱਗ ਸਕਦੀ। ਸੋ ਇਸ ਕਰਕੇ ਮੈਂ ਕੁਝ ਜਿਹੜਾ ਤਰਜਮਾ ਤੁਹਾਡੇ ਤੱਕ ਸੌਖਿਆਂ ਕਰਕੇ ਗੱਲ ਨੂੰ ਰੱਖ ਰਿਹਾ।
इस बड़े शहर में दिल्ली में जब कोई अपनी मदद करने के लिए चल के आता है आपके पास, जहाँ आप जाते हैं, तो जैसे आपने बताया कि यूनाइटेड सिक्स ने आपकी हेल्प की है, कैसा महसूस होता है आपको? बहुत खुशी हो रही है मेरे को. I feel so happy because there is still humanity alive. That some people is only working to help other people, not for their own reasons. They are only working for humanity. So I am happy. ਇਹਨਾਂ ਦੱਸਿਆ ਕਿ ਇਹਨਾਂ ਦਾ ਤਜਰਬਾ ਬੜਾ ਚੰਗਾ ਰਿਹਾ ਕਿ ਉਹ ਖੁਸ਼ ਨੇ ਕਿ ਸਿੱਖਾਂ ਦੀ ਇੱਕ ਜਥੇਬੰਦੀ ਨੇ ਉਹਨਾਂ ਦਾ ਸਾਥ ਦਿੱਤਾ, ਤੇ ਕਹਿੰਦੇ ਕਿ ਆਪੋ ਆਪਣੇ ਇਲਾਕੇ 'ਚ ਤੇ ਸਾਰੇ ਕੰਮ ਕਰਦੇ ਆ, ਪਰ ਜੇ ਕੋਈ ਕਿਸੇ ਲਈ ਕਰੇ ਤਾਂ ਉਹ ਤਾਂ ਬੜਾ ਅਸਰ ਰੱਖਦਾ। ਸੋ ਇਹ ਇੱਕ ਸਿੱਖਾਂ ਦਾ ਕਹਿ ਲਓ ਲਗਾਤਾਰ ਚੱਲ ਰਿਹਾ ਇਹ ਕਰਮ ਆ, ਬੜਾ ਸ਼ੁਭ ਸ਼ਗਨ ਆ ਇਹ ਸਿੱਖਾਂ ਦੇ ਲਈ ਕਿ ਲੋੜਵੰਦਾਂ ਦੀ ਮਦਦ ਲਈ ਆਉਣਾ। ਜਿਵੇਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਹੋਈਆਂ, ਸਿੱਖ ਉਸ 'ਤੇ ਚੱਲਦੇ ਹੋਏ ਅਜਿਹਾ ਫਰਜ਼ ਨਿਭਾਉਂਦੇ ਆ। ਜੇ ਕੋਈ ਚੱਲ ਕੇ ਸਾਡੇ ਕੋਲ ਆਵੇ ਤੇ ਉਸ ਨੂੰ ਬਿਲਕੁਲ ਆਪਣਾ ਸਮਝ ਕੇ ਉਸ ਦਾ ਸਾਥ ਦਿੱਤਾ ਜਾਂਦਾ। ਸੋ ਇਸ ਚੀਜ਼ 'ਤੇ ਵੀ ਸਿੱਖ ਜਿਹੜੇ ਆ ਪਹਿਰਾ ਦੇ ਰਹੇ ਆ। ਸੋ मैं कुछ और गल्लां भी इन्हों पूछना चाहना। अफ़गानिस्तान में अब आप जो हालात हैं उसके बारे में क्या सोचते हैं, वहाँ पर क्या चल रहा है? Afghanistan situation right now is not good at all for women because there is ongoing target killing and they are planning to kill the people who are educated, who work to change the community. So especially they are not allowing women to work outside of home or to change the situation of the country or make the country to develop or especially in this time that Taliban is coming to planning to come to Minsk to they wanted to be part of government. So situation is not good at all for us, special for women. आपको पता है कि 1 साल पहले 25 मार्च को सिखों के ऊपर काबुल में हमला हुआ? उसकी उस घटना के बारे में आपको क्या क्या पता है? मेरे को ये पता है कि 22 people of innocent 25 innocent Sikhs died or killed. This is so bad for us because we are all human. We should not kill each other. चाहे वो सिख हो और मुस्लिम हो, they are also killing Muslim as well. We don't know which mazhab they are following. They are just I think crazy people that they are doing like that. आपके अफ़गानिस्तान में हालात अच्छे हो जाएं तो आप वापस जाना चाहेंगी? Yes, of course, because I had their government job. My family are there, so I want to stay in my country with my family, and I want to work for my people, for my own country. So obviously, I want to go back if the situation become means के peace. इसके पहले आप कहीं और भी गई हैं? किसी और नेशंस में भी पहुँचे हैं आप? Yes, I had a travel to many different travels to different countries like Germany, Turkey, and India. और वहाँ से वहाँ का और यहाँ का आपको फ़र्क क्या लग रहा है यहाँ पर पहुँच के? अफगानिस्तान का और दूसरा कंट्री का. अफ़गानिस्तान तो में तो आप परेशान थी आप, और आप जर्मनी में गई और तुर्की में भी गई, यहाँ पे आप स्टे कर रहे हैं इंडिया में, और जो लोगों का व्यवहार होता है आपके आपके आप तक, वो कैसा है? The difference is that countries is a little more developed than India, but people are okay, good people. They don't need to interfere to your life, interfere to your work. What you do, what are you going to do? Where are you going? From where are you? So India is the same. I don't have any problem with Indian people also, and they also till now didn't interfere to our lives, what we are going or where we are going, or for what reason we are here. They never asked us. आपके पास यहाँ पे रहने के लिए वीज़ा क्या बचा है कि एक्सटेंड हो सका है कुछ?
My visa right now is expired, but my status is on refugee and in UNHCR is going on. It is in on process. So I hope from United States or from Indian government to help me to extend my visa or not find me in that, because this is not my fault. अब यहाँ पे स्कॉलरशिप पे आई थी, यहाँ पे आप चाहते हैं यहाँ पर बसना और कहीं और जाना चाहते हैं? Um, See, here also I'm not feeling safe, because uh, Afghan people from Afghanistan to India, they are coming and going. So I'm afraid from that point that might be my uncle or his friends or someone he knows, he sent someone to find me, or he maybe forced me for some reason for to bring me again to my country. So I want I want to be not here. I want to be go outside of here also. ਸੋ ਇਹ ਜਿਹੜੀਆਂ ਕੁਝ ਕੁ ਗੱਲਾਂ ਬਾਤਾਂ ਇਸ ਬੀਬੀ ਹੁਣਾਂ ਨਾਲ ਕੀਤੀਆਂ, ਜਿਨ੍ਹਾਂ ਦਾ ਨਾਮ ਮੁਜਾਬਿਕ ਆ, ਇਹ ਅਫਗਾਨਿਸਤਾਨ ਤੋਂ ਇੱਥੇ ਸਕਾਲਰਸ਼ਿਪ ਤੇ ਆਏ ਹੋਏ ਨੇ ਭਾਰਤ ਦੇ ਵਿੱਚ, ਤੇ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਉਹਨਾਂ ਨੂੰ ਕੁਝ ਹੱਦ ਤੱਕ ਆਰਥਿਕ ਤੰਗੀਆਂ ਆਈਆਂ ਕੋਵਿਡ ਦੇ ਕਾਰਨ, ਉਹਨਾਂ ਨੂੰ ਹਾਲੇ ਨੌਕਰੀ ਨਹੀਂ ਮਿਲ ਸਕੀ, ਕਿਉਂਕਿ ਕਈ ਕੰਪਨੀਆਂ ਜਿਵੇਂ ਇਸ ਦੇ ਕਾਰਨ ਨਵਿਆਂ ਨੂੰ ਨੌਕਰੀ ਤੇ ਨਹੀਂ ਰੱਖਦੀਆਂ। ਸੋ ਇਹਨਾਂ ਨੇ ਇੱਕ ਗੱਲ ਜਿਹੜੀ ਦੱਸੀ ਆ ਕਿ ਇੱਥੇ ਭਾਰਤ ਵਿੱਚ, ਦਿੱਲੀ ਦੇ ਵਿੱਚ ਉਹਨਾਂ ਦੀ ਜੇ ਕਿਸੇ ਨੇ ਮਦਦ ਕੀਤੀ ਆ ਤਾਂ ਉਹ ਸਿੱਖਾਂ ਨੇ ਕੀਤੀ ਆ। मैं यही सवाल को दोहराना चाहता हूँ, यहाँ पे इंडिया में आपकी सिखों के अलावा किसी ने और मदद की है क्या? No, no. The only people help me, sick people, not other people. Yes. और सिखों के बारे में क्या कहना चाहते हैं आप? They are really good people. They are kind people. They help the Afghan society or other people without seeing their religion, without seeing their skin color, or without any feminisms. They helped everyone. I'm happy with, and I want to say thanks Sikh people in United States. So I hope that helping people is means continuing in the future as well. अफगानिस्तान में औरतों के ऊपर जुल्म होता है, जी आपका कहना है। जो सिखों का औरतों के प्रति रिस्पेक्ट कैसा है? They are respecting women. Sikh people respecting women. Even in fighting, they are not touching women. Means that they have full respect to women. ਸੋ ਇਹ ਜਿਹੜੀਆਂ ਕੁਝ ਕੁ ਗੱਲਾਂ ਹੁੰਦੀਆਂ ਕਿ ਜੇ ਕੋਈ ਸਿੱਖ ਸਿੱਖੀ ਬਾਰੇ ਸਿਫਤ ਕਰੇ ਤਾਂ ਐਂ ਲੱਗਣਾ ਵੀ ਹੋ ਸਕਦਾ ਕੋਈ ਵਧਾ ਕੇ ਪੇਸ਼ ਕਰ ਰਿਹਾ। ਅਫਗਾਨਿਸਤਾਨ ਤੋਂ ਭਾਰਤ ਵਿੱਚ ਪੜ੍ਹਨ ਆਈ ਇੱਕ ਬੀਬੀ ਨੇ ਜੋ ਸਿੱਖਾਂ ਬਾਰੇ ਸਿਫਤ ਕੀਤੀ, ਉਹ ਤੁਸੀਂ ਆਪ ਸੁਣੀ ਆ। ਸੋ ਇਹ ਮਾਣਯੋਗ ਪਲ ਹੁੰਦੇ ਆ ਕਿ ਕਿਸੇ ਗੈਰ ਮਜ਼ਹਬ 'ਚੋਂ, ਕਿਸੇ ਹੋਰ ਕੌਮ ਦੇ ਵਿੱਚੋਂ ਜਦੋਂ ਬੀਬੀਆਂ ਖੁਦ ਸਿੱਖਾਂ ਬਾਰੇ ਜਿਹੀਆਂ ਸਿਫਤਾਂ ਕਰਨ, ਤਾਂ ਫਿਰ ਇਹ ਜਿਹੜੀ ਬਖਸ਼ਿਸ਼ ਆ ਨਾ, ਇਹ ਸਿਫਤ ਜਿਹੜੀ ਇਹਨਾਂ ਵੱਲੋਂ ਕੀਤੀ ਗਈ ਆ, ਇਹ ਬਖਸ਼ਿਸ਼ ਗੁਰੂ ਸਾਹਿਬ ਜੀ ਵੱਲੋਂ ਸਿੱਖਾਂ ਨੂੰ ਬਖਸ਼ੀ ਹੋਈ ਆ ਕਿ ਕਿਵੇਂ ਧੀਆਂ ਭੈਣਾਂ ਦੀ ਰੱਖਿਆ ਕਰਨੀ, ਉਹਨਾਂ ਦਾ ਸਾਥ ਦੇਣਾ। ਇਹ ਸੁਣ ਕੇ ਬੜਾ ਚੰਗਾ ਲੱਗਾ। ਸੋ ਆਖਰ ਦੇ ਵਿੱਚ ਮੈਂ ਉਹਨਾਂ ਨੂੰ ਧੰਨਵਾਦ ਕਹਿੰਦਾ ਹੋਇਆ ਗੱਲਬਾਤ ਨੂੰ ਇੱਥੇ ਵਧਾਉਣਾ। आपका बात करने के लिए बहुत शुक्रिया। Thank you so much. Walaikum salam, and thank you from your channel, and thanks from United States. Thank you from Sikh people, from nation of Sikhs, because of their help I'm here, and I hope in the future also they help me. Thank you so much. Thank you. ਸੋ ਇਹ ਜਿਹੜੀ ਗੱਲਬਾਤ ਆ ਤੁਹਾਨੂੰ ਕਿਵੇਂ ਲੱਗੀ, ਤੁਸੀਂ ਆਪਣੀਆਂ ਟਿੱਪਣੀਆਂ ਥੱਲੇ ਜ਼ਰੂਰ ਲਿਖੋ। ਵੱਖ-ਵੱਖ ਬੋਲੀਆਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਆ, ਹਿੰਦੀ ਬਹੁਤੀ ਬੋਲਣੀ ਮੈਨੂੰ ਨਹੀਂ ਆਉਂਦੀ, ਸੋ ਮੈਂ ਇਹ ਜਿੰਨੇ ਬੋਲ ਸਕਦਾ ਸਾਂ ਤੁਹਾਡੇ ਸਾਰਿਆਂ ਤੱਕ ਰੱਖੀ ਆ। ਸੋ ਇੱਥੇ ਹੀ ਫਤਿਹ ਜਾਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।